ਤਿਬਹ ਜੀਓ। ਏ ਸ਼ਰਵਣੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ। ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਏ ਸਰਵਣੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ। ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੱਚ ਅਲਖ ਵਡਾਣੀ, ਤਾਂ ਕੀ ਗਤ ਕਹੀ ਨ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ। ਸਾਚੈ ਸੁਣਨੈ ਨੋ ਪਠਾਏ, ਸੱਚ ਅਲਖ ਵਡਾਣੀ, ਤਾਂ ਕੀ ਗਤ ਕਹੀ ਨ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ। ਸਾਚੈ ਸੁਣਨੈ ਨੋ ਪਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਏਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਸਾਧ ਸੰਗਤ, ਗੁਰੂ ਸਾਹਿਬ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਹੋਈਆਂ ਹਨ। ਗੁਰੂ ਕੇ ਦਰਬਾਰ ਵਿਖੇ ਜੁੜ ਮਿਲ ਬੈਠੇ ਹਾਂ। ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਪਾਵਨ ਪਵਿੱਤਰ ਬਾਣੀ ਦੇ ਅੰਮ੍ਰਿਤਮਈ ਸ਼ਬਦ ਕੀਰਤਨ ਪਿਆਰ ਸਹਿਤ ਸਤਿਕਾਰ ਸਹਿਤ ਨਿਤਾ ਪ੍ਰਤੀ ਦੀ ਤਰ੍ਹਾਂ ਆਪ ਜੀ ਨੇ ਸ਼ਰਵਣ ਕੀਤੇ ਹਨ। ਅੱਜ ਭਗਤ ਰਵਿਦਾਸ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਵੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਖੇ ਕੁੱਲ 15 ਭਗਤ ਸਾਹਿਬਾਨਾਂ ਦੀ ਬਾਣੀ ਹੈ, ਔਰ ਇਹ ਜੋ ਬਾਣੀ ਹੈ ਪਹਿਲੀ ਪਾਤਸ਼ਾਹੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵਕਤ ਚੜ੍ਹਿਆ ਸੋਧਣ ਧਰਤ ਲੁਕਾਈ, ਔਰ ਗੁਰਮੁਖ ਖੋਜਤ ਭਇਓ ਉਦਾਸੀ, ਉਦਾਸੀਆਂ ਤੇ ਗਏ ਨੇ। ਤੇ ਭਗਤਾਂ ਦੇ ਜੋ ਵੱਖ ਵੱਖ ਜਗ੍ਹਾ ਤੇ ਅਸਥਾਨ ਬਣੇ ਹੋਏ ਸਨ, ਮਹਾਰਾਜ ਉੱਥੇ ਪਹੁੰਚੇ। ਕੁਝ ਭਗਤਾਂ ਦੇ ਨਾਲ ਮੁਲਾਕਾਤ ਵੀ ਹੋਈ। ਕੁਝ ਜਗ੍ਹਾ ਤੇ ਭਗਤਾਂ ਦੇ ਅੱਗੇ ਹੋਰ ਉੱਤਰਾ ਅਧਿਕਾਰੀ ਉਹ ਸੇਵਾਵਾਂ ਕਰ ਰਹੇ ਸਨ। ਉਹਨਾਂ ਦੇ ਨਾਲ ਮਹਾਰਾਜ ਜੀ ਦੀਆਂ ਮੁਲਾਕਾਤਾਂ ਹੋਈਆਂ, ਔਰ ਜੋ ਇਹਨਾਂ ਭਗਤ ਸਾਹਿਬਾਨਾਂ ਨੇ ਪਰਮੇਸ਼ਰ 'ਚ ਇੱਕ ਮਿਕ ਹੋ, ਅਪੇਦ ਹੋ,
ਗਿਆਨ ਪ੍ਰਾਪਤ ਕੀਤਾ, ਜਾਂ ਇਹਨਾਂ ਦੀ ਰਸਨਾ ਦੇ ਰਾਹੀਂ ਜਿਹੜਾ ਗਿਆਨ ਪ੍ਰਗਟ ਹੋਇਆ ਬਾਣੀ ਰੂਪ ਦੇ ਵਿੱਚ, ਉਹ ਰੱਬੀ ਘਰ ਦੇ ਗਿਆਨ ਖਜ਼ਾਨੇ ਨੂੰ, ਬਾਣੀ ਖਜ਼ਾਨੇ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕੱਤਰ ਕੀਤਾ। ਗੁਰੂ ਘਰ ਵਿਖੇ ਇੱਦਾਂ ਇਹ ਸਮੁੱਚੀ ਭਗਤਾਂ ਦੀ ਰਚਨਾ ਪਹੁੰਚੀ। ਔਰ ਫਿਰ ਪੰਚਮ ਪਾਤਸ਼ਾਹ ਜੀ ਨੇ ਜਿਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਰਾਮਸਰ ਸਰੋਵਰ ਦੇ ਕਿਨਾਰੇ ਪਹਿਲੇ ਆਦਿ ਸਰੂਪ ਦੀ ਰਚਨਾ ਜਦੋਂ ਕਰਵਾਈ, ਭਾਈ ਗੁਰਦਾਸ ਜੀ ਨੇ ਬਾਣੀ ਲਿਖੀ। ਉਸ ਪਾਵਨ ਪਵਿੱਤਰ ਸਵਰੂਪ ਅੰਦਰ 15 ਭਗਤਾਂ ਦੀ ਬਾਣੀ ਨੂੰ ਅੰਕਿਤ ਕਰਕੇ ਭਗਤਾਂ ਨੂੰ ਵੀ ਜੁਗੋ ਜੁਗ ਅਟਲ ਬਣਾ ਦਿੱਤਾ। ਭਗਤ ਰਵਿਦਾਸ ਸਾਹਿਬ ਬਨਾਰਸ ਦੇ ਰਹਿਣ ਵਾਲੇ, ਬਨਾਰਸ ਦੇ ਨੇੜੇ ਹੀ ਪਿੰਡ 'ਚ ਉਹਨਾਂ ਦਾ ਜਨਮ ਹੋਇਆ ਔਰ ਜੀਵਨ ਦਾ ਬਹੁਤਾ ਸਮਾਂ ਉਹਨਾਂ ਨੇ ਬਨਾਰਸ ਵਿਖੇ ਬਤੀਤ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ 'ਚ ਭਗਤ ਰਵਿਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਵੱਖਰੇ ਵੱਖਰੇ ਰਾਗਾਂ 'ਚ 40 ਸ਼ਬਦ ਸੁਭਾਏਮਾਨ ਹਨ। ਸ਼ਬਦਾਂ ਦੀ ਗਿਣਤੀ ਮੁਤਾਬਕ ਸਭ ਤੋਂ ਜ਼ਿਆਦਾ ਸ਼ਬਦ ਨੇ ਭਗਤ ਕਬੀਰ ਜੀ ਦੇ, ਦੂਜੇ ਨੰਬਰ 'ਤੇ ਭਗਤ ਨਾਮਦੇਵ ਜੀ, ਉਹਨਾਂ ਦੇ ਕਰੀਬਨ 60 ਸ਼ਬਦ ਹਨ, ਅਤੇ ਤੀਜੇ ਨੰਬਰ 'ਤੇ ਆਉਂਦੇ ਹਨ ਭਗਤ ਰਵਿਦਾਸ ਜੀ, ਜਿਨ੍ਹਾਂ ਦੇ 40 ਸ਼ਬਦ ਹਨ। ਬਨਾਰਸ ਵਿਖੇ ਉਹਨਾਂ ਦਾ ਲੰਬਾ ਜੀਵਨ ਦਾ ਸਮਾਂ ਬਤੀਤ ਹੋਇਆ। ਗਰੀਬ ਪਰਿਵਾਰ, ਗਰੀਬ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲੇ ਸਨ। ਬਾਹਰੋਂ ਬੇਸ਼ੱਕ ਗਰੀਬੀ 'ਚ ਉਹਨਾਂ ਨੇ ਜੀਵਨ ਬਤੀਤ ਕੀਤਾ, ਪਰ ਅੰਦਰ ਦੀ ਅਮੀਰੀ ਤੇ ਅੰਦਰ ਦੀ ਸੰਤੁਸ਼ਟਤਾ ਨੂੰ ਉਹਨਾਂ ਨੇ ਜੀਵਨ ਦੇ ਅੰਦਰ ਮਾਣਿਆ ਹੈ। ਔਰ ਇਹਦੀਆਂ ਝਲਕਾਂ ਉਹਨਾਂ ਦੀ ਪਾਵਨ ਪਵਿੱਤਰ ਬਾਣੀ 'ਚੋਂ ਵੀ ਮਿਲਦੀਆਂ ਹਨ ਕਿ ਕਿੰਨੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਸਨ, ਜਾਂ ਇੱਦਾਂ ਕਹਿ ਲਈਏ ਕਿ ਇੱਕ ਰੂਪ ਬਣ ਚੁੱਕੇ ਸਨ। ਜਿੱਥੇ ਉਹ ਕਹਿੰਦੇ ਹਨ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੇ ਪਰਮੇਸ਼ਰ ਜੀ, ਤੁਹਾਡੇ 'ਚ ਤੇ ਮੇਰੇ 'ਚ, ਮੇਰੇ 'ਚ ਤੇ ਤੁਹਾਡੇ 'ਚ ਹੁਣ ਕਾਹਦਾ ਫਰਕ ਹੈ। ਇਹ ਕਿੰਨੀ ਪਰਮੇਸ਼ਰ ਪ੍ਰੀਤ ਦੀ ਖੇਡ ਹੈ, ਇੱਕ ਮਿਕਤਾ ਦੀ ਖੇਡ ਹੈ। ਔਰ ਬੜੇ ਬਚਨ ਭਗਤ ਜੀ ਦੇ ਤੇ ਪ੍ਰੇਮ 'ਚ ਭਿੱਜੇ ਹੋਏ ਬਚਨ ਮਿਲਦੇ ਨੇ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਾਂ ਇੱਕ ਹੋਰ ਉਹਨਾਂ ਦਾ ਬਚਨ ਆਪਾਂ ਪੜ੍ਹਦੇ ਹਾਂ, ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਇਹ ਸ਼ਬਦ ਦੇ ਆਰੰਭ ਦੇ ਬੋਲ ਹਨ। ਕਹਿੰਦੇ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਇੱਕ ਬੰਧਨ ਵਾਹਿਗੁਰੂ ਜੀ ਪਰਮੇਸ਼ਰ ਜੀ ਸਾਨੂੰ ਹੈ, ਇੱਕ ਬੰਧਨ ਅਸੀਂ ਤੁਹਾਨੂੰ ਵੀ ਪਾ ਲਿਆ ਹੈ। ਤੇ ਸਾਡਾ ਜਿਹੜਾ ਬੰਧਨ ਹੈ ਸੰਸਾਰੀ ਜੀਵਾਂ ਦਾ, ਉਹ ਬੰਧਨ ਕੀ ਹੈ? ਮੋਹ ਦਾ ਬੰਧਨ। ਮੋਹ ਮਮਤਾ 'ਚ ਅਸੀਂ ਬੱਝੇ ਪਏ ਹਾਂ। ਤੇ ਅਸੀਂ ਇੱਕ ਬੰਧਨ ਤੁਹਾਨੂੰ ਵੀ ਪਾਇਆ ਹੈ। ਉਹ ਬੰਧਨ ਕਿਹੜਾ ਹੈ? ਸਾਡੇ ਪ੍ਰੇਮ ਦਾ ਬੰਧਨ, ਪਿਆਰ ਦਾ ਬੰਧਨ। ਹੁਣ ਕਹਿੰਦੇ, ਤੁਸੀਂ ਵੀ ਬੰਨੇ ਗਏ ਤੇ ਬੰਨੇ ਅਸੀਂ ਵੀ ਪਏ ਹਾਂ, ਪਰ ਮਾਲਕ ਜੀ ਅਸੀਂ ਛੁੱਟ ਸਕਦੇ ਹਾਂ ਇਸ ਬੰਧਨ ਤੋਂ, ਜਿਹੜਾ ਬੰਧਨ ਸਾਨੂੰ ਪਿਆ ਹੋਇਆ ਹੈ। ਤੁਸੀਂ ਨਹੀਂ ਛੁੱਟ ਸਕਦੇ ਜਿਹੜਾ ਬੰਧਨ ਅਸੀਂ ਤੁਹਾਨੂੰ ਪਾ ਦਿੱਤਾ ਹੈ। ਉਹ ਕਹਿੰਦੇ, ਅਸੀਂ ਮੋਹ ਦੇ ਬੰਧਨ 'ਚ ਬੱਝੇ ਹਾਂ, ਪਰ ਤੁਹਾਡਾ ਨਾਮ ਜਪ ਜਪ ਕੇ ਸਾਡੇ ਮੋਹ ਦੇ ਬੰਧਨ ਕੱਟੇ ਜਾ ਸਕਦੇ ਹਨ। ਤੁਸੀਂ ਦੱਸੋ, ਸਾਡੇ ਪ੍ਰੇਮ ਦੇ ਬੰਧਨ ਤੋਂ ਕਿੱਦਾਂ ਛੁੱਟੋਗੇ? ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੈ ਤੁਮ ਆਰਾਧੇ। ਇਹ ਹੈ ਪ੍ਰੇਮ ਦਾ ਐਨ ਸਿਖਰ। ਇੱਕ ਮਿਕਤਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ,
ਕਨਿਕ ਕਟਿਕ ਜਲ ਤਰੰਗ ਜੈਸਾ। ਕਹਿੰਦੇ ਜਿਵੇਂ ਇੱਕ ਸੋਨਾ ਹੈ, ਸੋਨੇ ਦਾ ਕੋਈ ਟੁਕੜਾ ਹੈ, ਇੱਕ ਸੋਨੇ ਦਾ ਗਹਿਣਾ ਹੈ। ਫਰਕ ਕੀ ਹੈ? ਉਹ ਵੀ ਸੋਨਾ ਹੈ, ਉਹ ਵੀ ਸੋਨਾ ਹੈ। ਜਿਵੇਂ ਪਾਣੀ ਹੈ ਤੇ ਇੱਕ ਪਾਣੀ ਦੀ ਲਹਿਰ ਹੈ। ਹੁਣ ਨਾਂ ਵੱਖਰੇ ਵੱਖਰੇ ਹਨ। ਇੱਕ ਨੂੰ ਕਹਿ ਦਿੱਤਾ ਜੀ ਇਹ ਸਮੁੰਦਰ ਦੀਆਂ ਲਹਿਰਾਂ ਨੇ, ਇਹ ਸਮੁੰਦਰ ਹੈ ਜਦੋਂ ਸ਼ਾਂਤ ਰੂਪ, ਪਰ ਹੈ ਤਾਂ ਉਹ ਵੀ ਪਾਣੀ, ਤਾਂ ਉਹ ਵੀ ਪਾਣੀ, ਫਰਕ ਕੋਈ ਨਹੀਂ ਹੈ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਮਾਲਕ ਜੀ ਤੁਹਾਡੇ ਤੇ ਹਾਂ ਕੋਈ ਕਹਿ ਸਕਦਾ ਹੈ ਜੀ ਇਹ ਰਵਿਦਾਸ ਹੈ, ਤੇ ਤੁਹਾਡੇ ਬਾਰੇ ਪਰਮੇਸ਼ਰ ਕਹਿ ਸਕਦੇ ਹਨ, ਕੋਈ ਅਕਾਲ ਪੁਰਖ ਕਵੇ, ਨਾ ਵੱਖਰੇ ਵੱਖਰੇ ਹੋ ਸਕਦੇ ਨੇ, ਪਰ ਹੁਣ ਅੰਦਰ ਤਾਂ ਗੱਲ ਇੱਕੋ ਹੀ ਬਣ ਚੁੱਕੀ ਹੈ। ਰਵਿਦਾਸ ਤੁਹਾਡੇ 'ਚ ਵਸ ਰਿਹਾ ਹੈ, ਤੁਸੀਂ ਰਵਿਦਾਸ 'ਚ ਵਰਤਦੇ ਹੋ। ਐਸੀ ਲਾਲ ਤੁਝ ਬਿਨ ਕੌਣ ਕਰੇ। ਕਹਿੰਦੇ ਇੱਦਾਂ ਦੀ ਬਖਸ਼ਿਸ਼ ਮਾਲਕ ਜੀ ਤੁਹਾਡੇ ਤੋਂ ਬਿਨਾਂ ਕੌਣ ਕਰ ਸਕਦਾ ਹੈ। ਗਰੀਬ ਨਵਾਜ ਗੁਸਈਆ ਮੇਰਾ, ਮਾਥੇ ਛਤਰ ਤਰੇ, ਨੀਚੇ ਊਚ ਕਰੇ, ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਉਹ ਕਹਿੰਦੇ ਨੀਵਿਆਂ ਨੂੰ ਉੱਚਿਆਂ ਚੁੱਕ ਸਕਦਾ ਹੈ ਕੇਵਲ ਇੱਕ ਅਕਾਲ ਪੁਰਖ, ਇੱਦਾਂ ਦਾ ਹੋਰ ਕੋਈ ਨਹੀਂ ਕਰ ਸਕਦਾ। ਭਗਤ ਰਵਿਦਾਸ ਸਾਹਿਬ ਜੀ ਗਰੀਬ ਪਰਿਵਾਰ ਦੇ ਨਾਲ ਸਨ, ਤੇ ਇੱਕ ਬਰਾਦਰੀ ਜੋ ਜਾਤ ਅਭਿਮਾਨੀਆਂ ਨੇ ਇੱਕ ਵਰਨ ਵੰਡ ਪਾਈ ਹੋਈ ਸੀ, ਉਹਦੇ ਮੁਤਾਬਕ ਉਹਨਾਂ ਨੂੰ ਸ਼ੂਦਰ ਵੀ ਕਿਹਾ ਗਿਆ, ਨੀਵਾ ਵੀ ਕਿਹਾ ਗਿਆ, ਚਮਰਟਾ ਵੀ ਕਿਹਾ ਗਿਆ। ਪਰ ਭਗਤ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਚੁੱਕੇ ਸਨ। ਉਹਨਾਂ ਨੇ ਸਮਾਜ ਅੰਦਰ ਫੈਲੀਆਂ ਹੋਈਆਂ ਬੁਰਾਈਆਂ ਕੁਰੀਤੀਆਂ ਦੇ ਵਿਰੁੱਧ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਦੇ ਸਮਕਾਲੀ ਨੇ ਭਗਤ ਰਵਿਦਾਸ ਸਾਹਿਬ, ਭਗਤ ਰਾਮਾਨੰਦ, ਇਹਨਾਂ ਸਭ ਦੇ ਉਸਤਾਦ ਹਨ। ਭਗਤ ਰਾਮਾਨੰਦ ਜੀ, ਕਬੀਰ ਸਾਹਿਬ ਨੇ ਵੀ ਉੱਥੋਂ ਗੁਰਦਿੱਖਿਆ ਲਈ, ਰਵਿਦਾਸ ਜੀ ਵੀ ਨੇ ਲਈ, ਤੇ ਇਹ ਸਾਰੇ ਭਗਤਾਂ ਨੇ ਰਲ ਮਿਲ ਕੇ ਸਮਾਜ ਅੰਦਰ ਫੈਲੀਆਂ ਹੋਈਆਂ ਜਿਹੜੀਆਂ ਕੁਰੀਤੀਆਂ ਸਨ, ਉਹਨਾਂ ਦੇ ਵਿਰੁੱਧ ਪ੍ਰਚਾਰ ਪ੍ਰਸਾਰ ਕੀਤਾ, ਯਤਨ ਕੀਤੇ, ਉਦਮ ਕੀਤਾ ਕਿ ਸੰਸਾਰ ਦੀਆਂ ਇਹ ਵੰਡੀਆਂ ਨੂੰ ਖਤਮ ਕਰਕੇ ਸੰਸਾਰ ਨੂੰ ਇੱਕ ਬਣਾਇਆ ਜਾਏ, ਸੋਹਣਾ ਸੰਸਾਰ ਨੂੰ ਬਣਾਇਆ ਜਾਏ। ਤੇ ਆਪਣਾ ਜੀਵਨ ਉਹਨਾਂ ਦਾ ਕਿੰਨਾ ਉੱਚਾ ਸੀ, ਹਾਲਾਂਕਿ ਬਹੁਤ ਗਰੀਬ। ਇਹ ਤੇ ਗੁਰੂ ਨਾਨਕ ਜੀ ਦੀ ਰਹਿਮਤ ਵਰਤੀ ਹੈ। ਅੱਜ ਭਗਤ ਭਗਤ ਜਗ ਵੱਜਿਆ, ਚੌਂ ਕੁੰਟਾਂ ਦੇ ਵਿੱਚ ਚਮਰੇਟਾ, ਨਹੀਂ ਤੇ ਉਸ ਗਰੀਬ ਰਵਿਦਾਸ ਨੂੰ ਕਿਹਨੇ ਜਾਣਨਾ ਸੀ। ਬਹੁਤ ਘੱਟ ਉਹਨਾਂ ਦੇ ਜੀਵਨ ਬਾਰੇ ਸਾਨੂੰ ਪੜ੍ਹਨ 'ਚ ਮਿਲਦਾ ਹੈ, ਕਿਉਂਕਿ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਸਨ, ਤੇ ਗਰੀਬਾਂ ਦਾ ਇਤਿਹਾਸ ਇੱਥੇ ਕੌਣ ਲਿਖਦਾ ਹੈ। ਕੁਝ ਘਟਨਾਵਾਂ ਜਦੋਂ ਉਹਨਾਂ ਦੇ ਜੀਵਨ ਬਾਰੇ ਆਪਾਂ ਪ੍ਰਚਲਿਤ ਹਾਲਾਂਕਿ ਉਹਨਾਂ ਬਾਰੇ ਵੀ ਕੋਈ ਪੱਕੀ ਪ੍ਰੋੜਤਾ ਨਹੀਂ, ਪਰ ਫਿਰ ਵੀ ਜੋ ਕੁਝ ਪੁਸਤਕਾਂ ਭਗਤ ਜੀ ਦੇ ਜੀਵਨ ਬਾਰੇ ਲਿਖੀਆਂ ਮਿਲਦੀਆਂ ਨੇ, ਹਾਲਾਂਕਿ ਕਈ ਗੱਲਾਂ ਇੱਕ ਬ੍ਰਾਹਮਣੀ ਪ੍ਰਭਾਵ ਅਧੀਨ ਵੀ ਭਗਤ ਜੀ ਦੇ ਬਾਰੇ ਲਿਖੀਆਂ ਗਈਆਂ। ਕਈਆਂ ਨੇ ਭਗਤ ਰਵਿਦਾਸ ਜੀ ਦਾ ਜਿਹੜਾ ਸੰਬੰਧ ਹੈ ਉਹ ਪਿਛਲੇ ਜਨਮ ਦੇ ਵਿੱਚ ਕਿਸੇ ਬ੍ਰਾਹਮਣ ਦੇ ਨਾਲ ਵੀ ਜੋੜਨ ਦਾ ਯਤਨ ਕੀਤਾ। ਉਹਦੇ ਪਿੱਛੇ ਵੀ ਹਾਲਾਂਕਿ ਇਹ ਇੱਕ ਚਲਾਕੀ ਹੈ ਕਿ ਜੇ ਰਵਿਦਾਸ ਗਿਆਨ ਭਰਪੂਰ ਨੇ, ਰਵਿਦਾਸ ਉੱਤਮ ਨੇ, ਉੱਚੇ ਨੇ, ਤੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਜੇ ਇਸ ਜਨਮ ਦੇ ਵਿੱਚ ਕੋਈ ਇੱਦਾਂ ਦਾ ਸਿਸਟਮ ਨਹੀਂ ਬਣਦਾ, ਇਹਨੂੰ ਪਿਛਲੇ ਜਨਮ ਦੇ ਵਿੱਚ ਜੋੜ ਦਈਏ ਤੇ ਇਹ ਕਹੀਏ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਬ੍ਰਾਹਮਣ ਕੁੱਲ ਦੇ ਨਾਲ ਸੰਬੰਧਿਤ ਸਨ ਤੇ ਤਾਂ ਮਹਾਨ ਸਨ। ਹਾਲਾਂਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਿਆ। ਖੈਰ, ਭਗਤ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਮਿਲਦੀ ਹੈ ਕਿ ਗਰੀਬ ਸਨ, ਤੇ ਜਦੋਂ ਭਗਤੀ ਵਾਲੇ ਜੀਵਨ ਦੀ ਵਡਿਆਈ ਫੈਲੀ, ਬਹੁਤ ਸਾਰੇ ਅਮੀਰ ਲੋਕ ਵੀ ਇਹਨਾਂ ਦੇ ਕੋਲ ਆਉਂਦੇ ਸਨ, ਜਿਨ੍ਹਾਂ ਦੇ ਪਾਸ ਪੈਸੇ ਟਕੇ ਤੇ ਬੜੇ ਸਨ, ਪਰ ਰੂਹ ਦੀ ਸ਼ਾਂਤੀ ਨਹੀਂ ਸੀ, ਅੰਦਰ ਦਾ ਸਕੂਨ ਨਹੀਂ ਸੀ, ਅੰਦਰ ਦਾ ਟਿਕਾ ਨਹੀਂ ਸੀ। ਜਿਹੜੀ ਗੱਲ ਸਤਿਗੁਰੂ ਬਾਣੀ 'ਚ ਵੀ ਕਹਿੰਦੇ ਨੇ ਕਿ ਸੁੱਖ ਨਾਹੀ ਬਹੁਤਾ ਧਨ ਖਾਟੈ। ਬੜਾ ਧਨ ਵੀ ਬੰਦਾ ਖੱਟ ਲਵੇ, ਕਵੇ ਮੈਂ ਸੁਖੀ ਹੋਵਾਂਗਾ, ਨਹੀਂ, ਕੋਈ ਗਰੰਟੀ ਨਹੀਂ ਹੈ। ਸੁੱਖ ਨਾਹੀ ਪੇਖੈ ਨਿਰ੍ਰਿਤ ਨਾਟੈ। ਫਿਰ ਬੰਦਾ ਕਵੇ ਮੈਂ ਰੰਗ ਤਮਾਸ਼ੇ ਵੇਖ ਕੇ ਸੁਖੀ ਹੋਵਾਂਗਾ, ਗੁਰੂ ਕਹਿੰਦੇ ਇਹ ਵੀ ਤੇਰਾ ਭੁਲੇਖਾ ਹੈ। ਸੁੱਖ ਨਾਹੀ ਬਹੁ ਦੇਸ਼ ਘੁਮਾਏ। ਕਈ ਵਾਰ ਕੁਝ ਲੋਕ
ਹਾਲਾਂਕਿ ਹੈ ਤੇ ਇਹ ਬਹੁਤੇ ਅਮੀਰਾਂ ਦੇ ਸ਼ੌਂਕ ਹੀ ਹਨ, ਗਰੀਬ ਕਿੱਥੇ। ਘਰ ਦੀਆਂ ਹੋਰ ਇੱਧਰ ਉੱਧਰ ਦੀਆਂ ਕੁਝ ਪਰੇਸ਼ਾਨੀਆਂ ਹੁੰਦੀਆਂ, ਫਿਰ ਕਹਿੰਦੇ ਜੀ ਕੁਝ ਸਮਾਂ ਕੁਝ ਬਾਹਰ ਘੁੰਮ ਫਿਰ ਆਓ ਤਾਂ ਕਿ ਮਾਹੌਲ ਵਾਤਾਵਰਨ ਬਦਲ ਜਾਏਗਾ ਤੇ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਜਾਏਗੀ। ਹਾਲਾਂਕਿ ਗੁਰੂ ਕਹਿੰਦੇ ਉਹ ਚਿੰਤਾਵਾਂ ਉਸੇ ਤਰ੍ਹਾਂ ਮਨ 'ਚ ਬੈਠੀਆਂ ਰਹਿੰਦੀਆਂ ਨੇ। ਦੇਸ਼ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਤੇ ਮਹਾਰਾਜ ਕਹਿੰਦੇ ਕੋਈ ਇੱਦਾਂ ਬਾਹਰ ਘੁੰਮਣ ਫਿਰਨ ਦੇ ਲਈ ਜਾਏ ਕਿ ਸ਼ਾਇਦ ਉਹ ਮੈਂ ਪਰੇਸ਼ਾਨੀਆਂ ਤੋਂ ਦੁੱਖਾਂ ਤੋਂ ਮੁਕਤ ਹੋ ਜਾਵਾਂਗਾ। ਨਹੀਂ, ਸੁਖ ਨਾਹੀਂ ਬਹੁ ਦੇਸ਼ ਘੁਮਾਏ। ਫਿਰ ਜੀ ਕਿੱਦਾਂ ਸੁੱਖ ਮਿਲਦਾ ਹੈ? ਸਰਬ ਸੁੱਖਾਂ ਹਰ ਹਰ ਗੁਣ ਗਾਏ। ਮਾਲਕ ਜੀ ਦੇ ਗੁਣ ਗਾਇਆ ਸੁੱਖ ਮਿਲਦਾ ਹੈ, ਕਿਉਂਕਿ ਮਾਲਕ ਦੀ ਵਡਿਆਈ ਦੇ ਨਾਲ, ਨਾਮ ਦੇ ਨਾਲ, ਗੁਣਾਂ ਦੇ ਨਾਲ ਜੁੜਿਆ ਅੰਦਰ ਦੀ ਬਲਵਾਨਤਾ ਬਣਦੀ ਹੈ। ਜਿਵੇਂ ਅਸੀਂ ਕਹਿੰਦੇ ਸਰੀਰ ਤਕੜਾ ਹੋਵੇ, ਇਮਿਊਨਿਟੀ ਸਿਸਟਮ ਸਟਰੋਂਗ ਹੋਵੇ ਤੇ ਬੰਦੇ ਨੂੰ ਬਿਮਾਰੀਆਂ ਨਹੀਂ ਘੇਰਦੀਆਂ ਨੇ, ਇਹ ਸਰੀਰ ਦੀ ਗੱਲ। ਇਸੇ ਤਰ੍ਹਾਂ ਜੇ ਮਨ ਤਕੜਾ ਹੈ, ਮਨ ਬਲਵਾਨ ਹੈ, ਮਨ ਚੜ੍ਹਦੀ ਕਲਾ 'ਚ, ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, 40-40 ਸਵਾ ਲੱਖ ਦੇ ਮੁਕਾਬਲੇ ਦੇ ਲਈ ਖਲੋ ਗਏ। ਉਹ ਕੀ ਸੀ? ਗੁਰੂ ਨੇ ਅੰਦਰ ਤੋਂ ਇੰਨਾ ਤਾਕਤ ਵਾਲਾ ਬਣਾ ਦਿੱਤਾ, ਸਟਰੋਂਗ ਬਣਾ ਦਿੱਤਾ। ਹੁਣ ਗਿਣਤੀਆਂ ਮਿਣਤੀਆਂ ਦੀ ਪਰਵਾਹ ਕੋਈ ਨਾ ਰਹੀ। ਅੰਦਰ ਤੋਂ ਦਲੇਰੀ ਸਵਾ ਲੱਖ ਸੇ ਇੱਕ ਲੜਾਊ ਵਾਲੀ ਬਣਾ ਦਿੱਤੀ। ਇਸੇ ਤਰ੍ਹਾਂ ਇਹ ਜਿਹੜੀ ਅੰਦਰ ਦੀ ਚੜ੍ਹਦੀ ਕਲਾ ਹੈ, ਅੰਦਰ ਦੀ ਬਲਵਾਨਤਾ ਹੈ, ਮਾਨਸਿਕ ਬਲਵਾਨਤਾ, ਦ੍ਰਿੜਤਾ, ਇਹ ਬਣਦੀ ਆ ਮਾਲਕ ਜੀ ਦੇ ਨਾਮ ਦੇ ਨਾਲ ਜੁੜਿਆ, ਗੁਰੂ ਦੇ ਸ਼ਬਦ ਦੇ ਨਾਲ ਜੁੜਿਆ। ਤੇ ਉਹ ਭਗਤ ਰਵਿਦਾਸ ਜੀ ਦੇ ਜੀਵਨ ਦੇ ਵਿੱਚ ਪ੍ਰਤੱਖ ਵੇਖਣ ਨੂੰ ਮਿਲਦੀ ਹੈ। ਕਿੱਡੇ ਕਿੱਡੇ ਹੰਕਾਰੀ ਲੋਕਾਂ ਦੇ ਨਾਲ ਉਹਨਾਂ ਦਾ ਟਾਕਰਾ ਹੁੰਦਾ ਹੈ। ਮਾਇਆ ਦੇ ਹੰਕਾਰੀ ਵੀ ਮਿਲੇ, ਜਾਤ ਦੇ ਹੰਕਾਰੀ ਵੀ ਮਿਲੇ। ਭਗਤ ਰਵਿਦਾਸ ਸਾਹਿਬ ਬੜੇ ਠਰਮੇ ਦੇ ਨਾਲ, ਸਹਿਜ ਦੇ ਨਾਲ ਹਰ ਇੱਕ ਦਾ ਮੁਕਾਬਲਾ ਕਰਦੇ ਹਨ। ਤੇ ਜੋ ਸਿਧਾਂਤ ਦੀ ਸੱਚ ਦੀ ਵਿਚਾਰ ਹੈ ਉਹ ਕਹਿੰਦੇ ਹਨ, ਸੱਚ ਨੂੰ ਲੁਕਾਉਂਦੇ ਨਹੀਂ ਹਨ। ਕਬੀਰ ਸਾਹਿਬ ਇਹਦੀ ਗਵਾਹੀ ਵੀ ਭਰਦੇ ਨੇ। ਉਹਨਾਂ ਦੇ ਸਲੋਕਾਂ ਦਾ ਬਚਨ ਹੈ, ਸਲੋਕ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੈ। ਪਰ ਜਿਹੜਾ ਢੰਡੋਰਾ ਭਗਤ ਰਵਿਦਾਸ ਦਿੰਦੇ ਰਹੇ ਨੇ, ਗੱਲ ਕਬੀਰ ਜੀ ਉਹਦੀ ਕਰਦੇ ਹਨ। ਉਹ ਕਹਿੰਦੇ ਹਰ ਸੋ ਹੀਰਾ ਛੱਡ ਕੇ ਕਰੈ ਆਨ ਕੀ ਆਸ। ਜਿਹੜੇ ਵਾਹਿਗੁਰੂ ਦੇ ਨਾਮ ਰੂਪੀ ਹੀਰੇ ਨੂੰ ਛੱਡ ਕੇ ਤੇ ਹੋਰ ਚੀਜ਼ਾਂ ਦੀ ਆਸ ਦੇ ਵਿੱਚ ਭਟਕਦੇ ਰਹਿੰਦੇ ਹਨ। ਨਾਮ ਧਨ ਪੱਲੇ ਨਹੀਂ ਆ, ਕੌਡੀਆਂ ਦੀਆਂ ਪੰਡਾਂ ਬੰਨੀਆਂ ਪਈਆਂ ਨੇ। ਤੇ ਉਹਨਾਂ ਦੇ ਨਾਲ ਕੀ ਬਣਦਾ ਹੈ? ਭਗਤ ਕਬੀਰ ਜੀ ਕਹਿੰਦੇ, ਰਵਿਦਾਸ ਸਾਹਿਬ ਦੱਸ ਕੇ ਗਏ ਨੇ, ਹਰ ਸੋ ਹੀਰਾ ਛੱਡ ਕੇ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਉਹ ਕਹਿੰਦੇ ਰਵਿਦਾਸ ਸੱਚ ਕਹਿ ਰਹੇ ਨੇ। ਸੱਚ ਕਿਹਾ ਹੈ ਰਵਿਦਾਸ ਨੇ ਕਿ ਦੋਜਕ ਦੀ ਅੱਗ 'ਚ ਸੜਨਗੇ ਜਿਹੜੇ ਨਾਮ ਧਨ ਤੋਂ, ਇਬਾਦਤ ਤੋਂ ਟੁੱਟੇ ਨੇ। ਉਹ ਸੇਠ ਆਇਆ ਭਗਤ ਰਵਿਦਾਸ ਸਾਹਿਬ ਜੀ ਦੇ ਪਾਸ, ਕੁਝ ਦਿਨ ਰਿਹਾ, ਗਿਆਨ ਦੀਆਂ ਵਿਚਾਰਾਂ ਸੁਣੀਆਂ। ਪਰ ਇੱਕ ਚੀਜ਼ ਉਹਨੇ ਵੇਖਿਆ ਕਿ ਰਵਿਦਾਸ ਜੀ ਦੀ ਸ਼ਖਸੀਅਤ ਬੜੀ ਉੱਚੀ ਹੈ, ਵਿਚਾਰ ਬੜੇ ਉੱਚੇ ਨੇ, ਰਹਿਣ ਸਹਿਣ ਬੜਾ ਉੱਚਾ ਹੈ। ਇਹ ਨਹੀਂ ਕਿ ਬਸ ਕਹਿਣੀ ਹੋਵੇ ਤੇ ਕਰਨੀ ਨਾ ਹੋਵੇ। ਹੁਣ ਆਪਾਂ ਕਿਸੇ ਦੇ ਕੋਲ ਜਾਈਏ, ਕੁਝ ਪਲ, ਅੱਧਾ ਪੌਣਾ ਘੰਟਾ, ਇੱਕ ਦਿਨ ਬੈਠੇ ਹਾਂ, ਬੰਦਾ ਵਿਖਾਵੇ ਮਾਤਰ ਉੱਚੀਆਂ ਗੱਲਾਂ ਕਰਦਾ ਹੈ, ਪਰ ਉਹਦਾ ਹੁਣ ਜੀਵਨ ਹੈ ਕਿੱਦਾਂ ਦਾ, ਉਹਦੀ ਸਮਝ ਤੇ ਤਾਂ ਲੱਗਦੀ ਹੈ ਜੇ ਕੁਝ ਦਿਨ ਉਹਦੀ ਸੰਗਤ 'ਚ ਰਹਿ ਕੇ ਵੇਖਿਆ ਜਾਏ। ਹੁਣ ਉਹਨੇ ਕਈ ਦਿਨ ਸੰਗਤ ਕੀਤੀ ਰਵਿਦਾਸ ਜੀ ਦੀ, ਔਰ ਕਹਿਣੀ ਤੇ ਕਰਨੀ ਦੀ ਜਿਹੜੀ ਏਕਤਾ ਸੀ ਉਹਨੂੰ ਵੇਖਿਆ। ਕਿਵੇਂ ਰੱਬੀ ਰੰਗ ਦੇ ਵਿੱਚ ਰੂਹ ਰੰਗੀ ਹੋਈ ਹੈ, ਕਿਵੇਂ ਅੰਦਰੋਂ ਆਤਮਾ ਐਨ ਤ੍ਰਿਪਤ ਹੈ, ਸੰਤੁਸ਼ਟ ਹੈ, ਭਰੀ ਹੋਈ ਹੈ। ਉਹ ਸਾਰਾ ਕੁਝ ਉਹਨੇ ਵੇਖਿਆ ਤੇ ਮਨ 'ਚ ਆਇਆ ਕਿ ਇੰਨੀ ਵੱਡੀ ਮਹਾਨ ਪਾਵਨ ਪਵਿੱਤਰ ਸ਼ਖਸੀਅਤ ਤੇ ਬਾਹਰ ਕਿੱਦਾਂ ਗਰੀਬੀ 'ਚ ਜ਼ਿੰਦਗੀ ਕੱਟ ਰਹੇ ਨੇ। ਕੋਈ ਖਾਣ ਦੇ ਲਈ ਚੰਗੇ ਪਕਵਾਨ ਨਹੀਂ ਹਨ, ਕੋਈ ਪਹਿਨਣ ਦੇ ਲਈ ਚੰਗੇ ਕੱਪੜੇ ਨਹੀਂ ਹਨ, ਰਹਿਣ ਦੇ ਲਈ ਘਰ ਵੀ ਕੋਈ ਨਹੀਂ ਹੈ, ਟੁੱਟੀ ਜਿਹੀ ਛੰਨ ਦੇ ਵਿੱਚ ਹੀ ਗੁਜ਼ਾਰਾ ਕਰੀ ਜਾਂਦੇ ਹਨ। ਇੱਦਾਂ ਦੀ ਸ਼ਖਸੀਅਤ ਦੇ ਕੋਲ ਤੇ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਤੇ ਉਹ ਫਿਰ ਸਾਖੀ ਲਿਖਣ ਵਾਲਿਆਂ ਨੇ ਲਿਖਿਆ ਹੈ ਕਿ ਉਹਦੇ ਕੋਲ ਕੋਈ ਇੱਦਾਂ ਦਾ ਪਦਾਰਥ ਸੀ,
ਪਾਰਸ ਜਿਹਨੂੰ ਕਿਹਾ ਜਾਂਦਾ ਹੈ, ਜਿਹਦੇ ਨਾਲ ਲੋਹੇ ਨੂੰ ਸੋਨਾ ਬਣਾਇਆ ਜਾ ਸਕਦਾ। ਹਾਲਾਂਕਿ ਇਹ ਪੁਰਾਤਨ ਆਪਾਂ ਜਦੋਂ ਕਿਤਾਬਾਂ ਪੁਸਤਕਾਂ ਗ੍ਰੰਥ ਪੜ੍ਹਦੇ ਹਾਂ ਉਹਦੇ 'ਚ ਪਾਰਸ ਦਾ ਬੜੀ ਵਾਰ ਜ਼ਿਕਰ ਆਉਂਦਾ ਹੈ, ਪਰ ਮੰਨਿਆ ਇਹਨੂੰ ਇੱਕ ਕਾਲਪਨਿਕ ਪੱਥਰ ਹੀ ਗਿਆ ਹੈ ਕਿ ਕੋਈ ਇੱਦਾਂ ਦੀ ਚੀਜ਼ ਹੈ ਨਹੀਂ ਹੈ ਜਿਹੜੀ ਸੋਨਾ ਬਣਾ ਸਕਦੀ ਹੋਵੇ ਲੋਹੇ ਨੂੰ। ਕੋਈ ਹੋਰ ਪਦਾਰਥ ਕਿਸੇ ਤਰ੍ਹਾਂ ਦਾ ਹੋ ਸਕਦਾ ਹੈ, ਜਾਂ ਕੋਈ ਇੱਦਾਂ ਦਾ ਸਾਧਨ ਹੁੰਦਾ ਹੋਏਗਾ। ਪੁਰਾਣੇ ਸਮਿਆਂ ਦੇ ਲੋਕਾਂ ਦੀਆਂ ਆਪਣੀਆਂ ਖੋਜਾਂ ਸਨ, ਕੋਈ ਇੱਦਾਂ ਦਾ ਪਦਾਰਥ ਜਿਹਦੇ ਨਾਲ ਉਹ ਅਮੀਰ ਬਣ ਸਕਦੇ, ਜਾਂ ਕੋਈ ਸੋਨੇ ਦਾ ਟੁਕੜਾ ਕਹਿ ਲਵੋ, ਕੋਈ ਧਨ ਦੀ ਥੈਲੀ ਕਹਿ ਲਵੋ, ਉਹ ਉੱਥੇ ਛੱਡ ਗਿਆ। ਤੇ ਕਹਿਣ ਲੱਗਾ ਕਵੀ ਰਵਿਦਾਸ ਸਾਹਿਬ ਨੂੰ ਪਹਿਲਾਂ ਤਾਂ ਭੇਟ ਕੀਤੀ, ਜੀ ਇਹਦੇ ਨਾਲ ਤੁਸੀਂ ਆਪਣੀ ਗਰੀਬੀ ਖਤਮ ਕਰ ਲਵੋ, ਸਾਰੀਆਂ ਸਹੂਲਤਾਂ ਤੁਸੀਂ ਮਾਣ ਸਕਦੇ ਹੋ, ਘਰ ਸੋਹਣਾ ਬਣਾ ਸਕਦੇ ਹੋ, ਕੱਪੜੇ ਸੋਹਣੇ ਖਰੀਦ ਸਕਦੇ ਹੋ, ਖਾਣ ਦੇ ਲਈ ਸੋਹਣੇ ਭੋਜਨ ਪਦਾਰਥਾਂ ਦਾ ਪ੍ਰਬੰਧ ਕਰ ਸਕਦੇ ਹੋ। ਤੇ ਕਵੀ ਰਵਿਦਾਸ ਸਾਹਿਬ ਖੈਰ ਕਹਿਣ ਲੱਗੇ, ਜੀ ਨਹੀਂ, ਅਸੀਂ ਜੋ ਜਿੱਥੇ ਹਾਂ ਆਪਣੀ ਜਗ੍ਹਾ ਤੇ ਸੰਤੁਸ਼ਟ ਹਾਂ, ਕੋਈ ਸਾਨੂੰ ਸੋਹਣਿਆਂ ਮਹਿਲਾਂ ਦਾ ਲਾਲਚ ਨਹੀਂ ਹੈ, ਵਧੀਆ ਹੋਰ ਕਿਸੇ ਤਰ੍ਹਾਂ ਦੇ ਕੱਪੜਿਆਂ ਦਾ ਲਾਲਚ ਨਹੀਂ ਹੈ, ਨਾ ਕੋਈ ਹੋਰ ਪਦਾਰਥਾਂ ਦਾ ਖਾਣ ਪੀਣ ਦਾ ਲਾਲਚ ਹੈ। ਉਹ ਕਹਿਣ ਲੱਗਾ, ਜੀ ਨਹੀਂ, ਮੈਂ ਇੱਥੇ ਰੱਖ ਚੱਲਿਆ, ਬਾਅਦ 'ਚ ਵਰਤ ਲਿਓ। ਤੇ ਮਨ 'ਚ ਉਹਦੇ 'ਚ ਸੀ ਕਿ ਠੀਕ ਹੈ, ਸਾਹਮਣੇ ਕਹਿ ਰਹੇ, ਕਿਸੇ ਦਿਨ ਮਨ ਆਏਗਾ ਆਪਣੇ ਆਪ ਵਰਤ ਕੇ ਤੇ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰ ਲੈਣਗੇ। ਚਲਾ ਗਿਆ ਉਹ ਬੰਦਾ, ਤੇ ਕਾਫੀ ਸਮੇਂ ਬਾਅਦ, ਕੋਈ ਸਾਲ, 1.5 ਸਾਲ, 2 ਸਾਲ ਬਾਅਦ ਦੁਬਾਰਾ ਉਹਨੂੰ ਬਨਾਰਸ ਆਉਣ ਦਾ ਮੌਕਾ ਮਿਲਿਆ। ਤੇ ਮਨ 'ਚ ਕਈ ਤਰ੍ਹਾਂ ਦੀ ਕਲਪਨਾ ਕਰਦਾ ਹੈ ਕਿ ਹੁਣ ਤੇ ਰਵਿਦਾਸ ਜੀ ਦਾ ਰਹਿਣ ਸਹਿਣ, ਖਾਣ ਪੀਣ, ਪਹਿਨਣ ਬਿਲਕੁਲ ਬਦਲ ਗਿਆ ਹੋਏਗਾ, ਕਿਉਂਕਿ ਮੈਂ ਉਹਨਾਂ ਦੇ ਲਈ ਇੰਨੇ ਧਨ, ਇੰਨੇ ਕੀਮਤੀ ਪਦਾਰਥਾਂ ਦਾ ਪ੍ਰਬੰਧ ਕਰ ਆਇਆ ਸੀ ਕਿ ਉਹ ਗਰੀਬੀ ਖਤਮ ਕਰ ਸਕਦੇ ਨੇ। ਪਰ ਜਦੋਂ ਉਹਨੇ ਆ ਕੇ ਵੇਖਿਆ ਤੇ ਰਵਿਦਾਸ ਉਸੇ ਤਰ੍ਹਾਂ, ਉਹੀ ਝੁੱਗੀ, ਉਸੇ ਤਰ੍ਹਾਂ ਦਾ ਖਾਣਾ ਪਹਿਨਣਾ ਰਹਿਣਾ, ਵੇਖ ਬੜਾ ਹੈਰਾਨ। ਤੇ ਬਾਹਰ ਹੀ ਮਿਲ ਗਏ ਰਵਿਦਾਸ, ਨਮਸਕਾਰ ਕਰਕੇ ਕਹਿਣ ਲੱਗਾ, ਜੀ ਅਜੇ ਵੀ ਉਸੇ ਤਰ੍ਹਾਂ ਦੀਆਂ ਗਰੀਬੀ ਦੀਆਂ ਠੋਕਰਾਂ ਖਾ ਰਹੇ ਜੇ? ਇਹਨਾਂ ਕੀਮਤੀ ਖਜ਼ਾਨਾ ਤੁਹਾਨੂੰ ਦੇ ਕੇ ਗਿਆ ਸੀ, ਕਿੱਥੇ ਆ? ਕਿਧਰੇ ਗਵਾ ਤੇ ਨਹੀਂ ਜੇ ਦਿੱਤਾ, ਲੁਟਾ ਤੇ ਨਹੀਂ ਤੇ ਦਿੱਤਾ, ਬਰਬਾਦ ਤੇ ਨਹੀਂ ਕਰ ਦਿੱਤਾ? ਤੇ ਭਗਤ ਜੀ ਹੱਸਦਿਆਂ ਕਹਿਣ ਲੱਗੇ, ਜੀ ਉਹਦੇ ਨਾਲ ਇੰਨੀ ਪਕੜ ਸੀ, ਫਿਰ ਛੱਡ ਕੇ ਕਿਉਂ ਗਿਆ ਸੀ? ਅਸੀਂ ਕਿਹੜਾ ਤੇਰੇ ਕੋਲੋਂ ਮੰਗਿਆ ਸੀ? ਜੇ ਚਾਹੀਦਾ ਹੈ ਤੇ ਜਿੱਥੇ ਰੱਖ ਕੇ ਗਿਆ ਹੈ ਉੱਥੇ ਹੀ ਪਿਆ ਹੋਏਗਾ, ਅਸੀਂ ਨਹੀਂ ਉਹ ਤੇਰੇ ਕਿਸੇ ਚੀਜ਼ ਨੂੰ ਹੱਥ ਲਾਇਆ। ਤੇ ਉਹ ਖਜ਼ਾਨਾ ਉੱਥੇ ਦਾ ਉੱਥੇ ਹੀ ਪਿਆ ਸੀ ਜਿੱਥੇ ਉਹ ਬੰਦਾ ਛੱਡ ਕੇ ਗਿਆ ਸੀ। ਵੇਖੋ ਕਿੰਨੇ ਸਬਰ ਸੰਤੋਖ ਦੇ ਵਿੱਚ ਰਹਿਣ ਵਾਲੇ। ਨਹੀਂ ਤਾਂ ਕਿਸੇ ਨਾ ਕਿਸੇ ਵਕਤ ਤੇ ਨੀਅਤ ਦੇ ਅੰਦਰ ਕੋਈ ਲੋਭ, ਕੋਈ ਤ੍ਰਿਸ਼ਨਾ ਦੀਆਂ ਛੱਲਾਂ ਉੱਠ ਹੀ ਜਾਂਦੀਆਂ ਨੇ, ਬੰਦਾ ਮਾਇਆ ਨੂੰ ਵੇਖ ਕੇ ਬੇਈਮਾਨ ਹੋ ਹੀ ਜਾਂਦਾ ਹੈ। ਪਰ ਧਨ ਉਹ ਸਬਰ, ਧਨ ਉਹ ਸਿਦਕ, ਤੇ ਧਨ ਹੈ ਉਹ ਕਮਾਈ। ਇਸੇ ਕਰਕੇ ਤੇ ਅੱਜ ਦੁਨੀਆ ਰਵਿਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਝੁਕ ਰਹੀ ਹੈ। ਗੱਲ ਕਿਸੇ ਸਰੀਰ ਦੇ ਅੱਗੇ ਝੁਕਣ ਦੀ ਥੋੜ੍ਹਾ ਹੈ, ਗੱਲ ਤਾਂ ਉਸ ਕਮਾਈ ਦੇ ਅੱਗੇ ਝੁਕਣ ਦੀ ਹੈ, ਉਸ ਸ਼ਖਸੀਅਤ ਦੇ, ਉਸ ਘਾਲਣਾ ਦੇ ਅੱਗੇ ਝੁਕਣ ਦੀ ਹੈ, ਜਿਹੜੀ ਸ਼ਖਸੀਅਤ ਉਹਨਾਂ ਨੇ ਬਣਾ ਲਈ, ਜਿਹੜੀ ਕਮਾਈ ਉਹਨਾਂ ਨੇ ਕੀਤੀ। ਸਾਰੀ ਜ਼ਿੰਦਗੀ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੇ ਰਹੇ, ਇੱਕ ਤਾਂਘ ਹਿਰਦੇ ਦੇ ਵਿੱਚ ਰੱਬੀ ਪ੍ਰੀਤ ਦੀ ਬਣੀ ਰਹੀ। ਹਮਸਰ ਦੀਨ ਦਿਆਲ ਨ ਤੁਮ, ਮਾਣ ਹੁੰਦਿਆਂ ਵੀ ਨਿਮਾਣਾਪਨ, ਹਮਸਰ ਦੀਨ ਦਿਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹੇ ਮਾਲਕ ਜੀ, ਤੁਹਾਡੇ ਬਚਨਾਂ 'ਚ ਸਾਡਾ ਮਨ ਪਤੀਜ ਜਾਏ, ਐਸੀ ਰਹਿਮਤ ਕਰੋ। ਹੋਂ ਬਲ ਬਲ ਜਾਊਂ ਰਮਈਆ ਕਾਰਣੇ, ਕਾਰਨ ਕਵਨ ਅਬੋਲ। ਹੈ ਮਾਲਕ ਜੀ, ਅਸੀਂ ਤੁਹਾਡੇ ਤੋਂ ਬਲਿਹਾਰ ਕੁਰਬਾਨ ਜਾਂਦੇ, ਦੱਸੋ ਤਾਂ ਸਹੀ ਕਾਰਨ ਕਵਨ ਅਬੋਲ, ਕੀ ਕਾਰਨ ਹੋ ਗਿਆ ਹੁਣ ਤੁਸੀਂ ਸਾਡੇ ਨਾਲ ਬੋਲ ਨਹੀਂ ਜੇ ਰਹੇ? ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੂ, ਚਿਰ ਭਇਓ ਦਰਸ਼ਨ ਦੇਖੇ। ਹੇ ਮਾਲਕ ਜੀ, ਬਹੁਤ ਚਿਰ ਹੋ ਗਿਆ ਹੈ ਦਰਸ਼ਨ ਕੀਤਿਆਂ, ਰਹਿਮਤ ਕਰੋ, ਆਪਣੇ ਦੀਦਾਰ ਦੀ ਦਾਤ ਬਖਸ਼ੋ। 40 ਸ਼ਬਦ ਭਗਤ ਜੀ ਨੇ ਜ਼ਿੰਦਗੀ ਦੀਆਂ ਗੱਲਾਂ, ਗੁਣਾਂ ਦੀਆਂ ਗੱਲਾਂ, ਮੌਤ ਦੇ ਬਾਰੇ ਵੀ ਪ੍ਰਤੱਖ ਸ਼ੀਸ਼ਾ ਉਹਨਾਂ ਨੇ ਆਪਣੇ ਬਾਣੀ ਬਚਨਾਂ ਦੇ ਰਾਹੀਂ ਸਾਡੇ ਸਾਹਮਣੇ ਰੱਖਿਆ ਹੈ।
ਜਿੱਥੇ ਉਹ ਕਹਿੰਦੇ ਹਨ ਕਿ ਸਰੀਰ ਦੀ ਹਾਲਤ ਕੀ ਹੈ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਿਓ ਘਾਸ ਰਲ ਗਿਓ ਮਾਟੀ। ਉਹ ਕਹਿੰਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। जल की भीत पवन का थंबा, रकत बूंद का गारा, हाड मास नाड़ी को पिंजर, पंखी बसै बिचारा। की मेरे तेरे दे मान च लगे हो, शरीर की है बस जल की भीत, भीत मतलब कंध, पानी दी कंध, जल की भीत ते रकत बूंद का गारा है, ते ये पौण दे सहारे खड़ा ये शरीर है। कहते ना कुछ तेरा ना कुछ मेरा, ਸਾਡੀ ਸਭ ਦੀ ਹਾਲਤ ਉਸ ਪੰਛੀ ਦੀ ਤਰ੍ਹਾਂ ਹੈ ਜਿਹੜਾ ਦਰਖਤ ਤੇ ਬੈਠਾ ਤੇ ਹੈ ਪਰ ਦਰਖਤ ਦਾ ਮਾਲਕ ਨਹੀਂ ਹੈ। ਭਾਵੇਂ ਸਾਰੀ ਜ਼ਿੰਦਗੀ ਦਰਖਤ ਤੇ ਕੱਟ ਦੇਵੇ ਫਿਰ ਵੀ ਉਹ ਦਰਖਤ ਦਾ ਮਾਲਕ ਨਹੀਂ। ਇਸੇ ਤਰ੍ਹਾਂ ਸਾਡੀ ਹਾਲਤ ਹੈ। ਮਾਲਕ ਅਸੀਂ ਕੋਈ ਨਹੀਂ ਹਾਂ, ਪਰਾਹੁਣੇ ਦੀ ਤਰ੍ਹਾਂ, ਮੁਸਾਫਰ ਦੀ ਤਰ੍ਹਾਂ ਸੰਸਾਰ ਅੰਦਰ ਜੀਵਨ ਮਿਲਿਆ, ਜ਼ਿੰਦਗੀ ਰੂਪੀ ਰਾਤ ਕੱਟਣੀ ਹੈ, ਫਿਰ ਇੱਥੋਂ ਅੱਗੇ ਤੁਰ ਜਾਣਾ। ਸੋ ਸਤਿਗੁਰੂ ਮਿਹਰ ਕਰਨ ਭਗਤ ਜੀ ਦੇ ਜੀਵਨ ਤੋਂ, ਉਹਨਾਂ ਦੇ ਬਚਨਾਂ ਤੋਂ, ਉਪਦੇਸ਼ਾਂ ਤੋਂ ਸੇਧ ਲੈ ਕੇ ਗੁਰਮਤਿ ਦੇ ਧਾਰਨੀ ਬਣੀਏ, ਉੱਚੇ ਸੁੱਚੇ ਜੀਵਨ ਵਾਲੇ ਬਣੀਏ, ਗੁਰੂ ਦੀਆਂ ਖੁਸ਼ੀਆਂ ਮਿਲਣ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਅੰਮ੍ਰਿਤਮਈ ਬਾਣੀ ਆਨੰਦ ਸਾਹਿਬ, ਜਿਸ ਬਾਣੀ ਦੀਆਂ 36 ਪੌੜੀਆਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। 37 ਨੰਬਰ ਪੌੜੀ ਦਾ ਪਾਠ ਅੱਜ ਦੇ ਦੀਵਾਨਾਂ 'ਚ ਆਪ ਜੀ ਨੇ ਦੀਵਾਨਾਂ ਦੀ ਵਿਚਾਰਾਂ ਦੀ ਆਰੰਭਤਾ ਸਮੇਂ ਸ਼ਰਵਣ ਕੀਤਾ। 37 ਨੰਬਰ ਪੌੜੀ ਅੰਦਰ ਮਹਾਰਾਜ ਸ਼ਰਵਣਾਂ ਦੀ ਗੱਲ, ਕੰਨਾਂ ਦੀ ਗੱਲ ਕਰ ਰਹੇ ਹਨ। ਪਿੱਛੇ ਕੱਲ ਜਿਹੜੀ ਪੌੜੀ ਵਿਚਾਰੀ ਸੀ ਉੱਥੇ ਨੇਤਰਾਂ ਦੀ, ਅੱਖਾਂ ਦੀ ਗੱਲ ਕੀਤੀ ਗਈ। ਉਦੋਂ ਪਹਿਲਾਂ ਇੱਕ ਪੌੜੀ 'ਚ ਮਹਾਰਾਜ ਨੇ ਜ਼ੁਬਾਨ ਦੀ ਰਸਨਾ ਦੀ ਗੱਲ ਕੀਤੀ, 2 ਪੌੜੀਆਂ 'ਚ ਸਰੀਰ ਦੀ ਗੱਲ ਕੀਤੀ। ਬਿਲਕੁਲ ਆਰੰਭ ਦੇ ਵਿੱਚ ਬਾਣੀ ਦੀਆਂ ਸ਼ੁਰੂਆਤੀ ਪੌੜੀਆਂ 'ਚ ਮਨ ਦੀ ਗੱਲ ਕਰਦਿਆਂ ਮਨ ਨੂੰ ਸੰਬੋਧਨ ਕੀਤਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਪਹਿਲਾਂ ਮਨ ਨੂੰ ਜੋੜਨ ਦੀ ਗੱਲ ਕੀਤੀ, ਉਦੋਂ ਬਾਅਦ ਰਸਨਾ, ਸਰੀਰ ਦੀ, ਨੇਤਰਾਂ ਦੀ ਗੱਲ ਕਰਦਿਆਂ ਹੁਣ ਕੰਨਾਂ 'ਤੇ ਆ ਕੇ ਮਹਾਰਾਜ ਕਹਿੰਦੇ ਇਹ ਸ਼ਰਵਣੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ। ਇਹ ਮੇਰੇ ਸ਼ਰਵਣੋ ਕੰਨੋ, ਸੱਚ ਸੁਣਨ ਦੇ ਲਈ ਪਰਮਾਤਮਾ ਨੇ ਤੁਹਾਨੂੰ ਭੇਜਿਆ ਹੈ। ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸੱਚ ਸੁਣਨ ਦੇ ਲਈ ਤੁਸੀਂ ਆਏ ਹੋ, ਸਰੀਰ ਦੇ ਨਾਲ ਜੁੜੇ ਹੋ, ਇਸ ਕਰਕੇ ਸੁਣੋ ਸਤ ਬਾਣੀ। ਕਿਉਂਕਿ ਕੰਨਾਂ ਦੇ ਨਾਲ ਆਪਾਂ ਸੁਣਦੇ ਹਾਂ ਤੇ ਕੰਨ ਸਾਡੇ ਸਰੀਰ ਦੇ ਉਹ ਦੁਆਰ ਹਨ ਜਿਨ੍ਹਾਂ ਦੇ ਰਾਹੀਂ ਵਿਚਾਰ ਸਾਡੇ ਅੰਦਰ ਜਾਂਦੇ ਹਨ। ਸੁਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿਆਣੇ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਇੱਕ ਅੰਨਾ ਵਿਅਕਤੀ ਬ੍ਰਹਮ ਗਿਆਨੀ ਬਣ ਸਕਦਾ ਹੈ, ਕਿਉਂਕਿ ਠੀਕ ਹੈ ਉਹਦੇ ਕੋਲ ਵੇਖਣ ਦੇ ਲਈ ਅੱਖਾਂ ਨਹੀਂ ਹਨ ਪਰ ਸੁਣਨ ਦੇ ਲਈ ਕੰਨ ਮੌਜੂਦ ਹਨ। ਉਹ ਕੰਨਾਂ ਦੇ ਰਾਹੀਂ ਸੁਣ ਸੁਣ ਕੇ ਗਿਆਨ ਨੂੰ ਹਾਸਲ ਕਰ ਸਕਦਾ ਹੈ। ਪਰ ਇੱਕ ਬੋਲਾ ਵਿਅਕਤੀ ਬ੍ਰਹਮ ਗਿਆਨੀ ਨਹੀਂ ਬਣ ਸਕਦਾ, ਕਿਉਂਕਿ ਉਹਦੇ ਕੋਲ ਸੁਣਨ ਦੇ ਲਈ ਕੰਨ ਹੀ ਨਹੀਂ ਹਨ, ਸੁਣਨ ਦੇ ਲਈ ਕੰਨ ਨਹੀਂ ਹਨ। ਸੋ ਮਹਾਰਾਜ ਕਹਿੰਦੇ ਦਾਤੇ ਨੇ ਰਹਿਮਤ ਕੀਤੀ ਹੈ, ਜਿਨ ਕੰਨ ਕੀਤੇ ਅੱਖੀ ਨਾਕ, ਕੰਨ ਬਖਸ਼ੇ ਹਨ ਸੁਣਨ ਦੇ ਲਈ। ਤੇ ਹੁਣ ਇਹਨਾਂ ਦੇ ਨਾਲ ਸੁਣਨਾ ਕੀ ਹੈ? ਪਾਤਸ਼ਾਹ ਕਹਿੰਦੇ ਸਤ ਬਾਣੀ ਸੁਣੋ, ਨਿਰੰਕਾਰ ਦੀ ਬਾਣੀ ਸੁਣੋ, ਅਕਾਲ ਪੁਰਖ ਦੀ ਸਿਫਤ ਸਲਾਹ ਦੇ ਬੋਲ ਸੁਣੋ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਇੱਕ ਵਿਅਕਤੀ ਕਹਿੰਦੇ ਰਾਗਾਂ ਦਾ ਔਰ ਸੰਗੀਤ ਦਾ ਬੜਾ ਮਾਹਰ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਆਇਆ। ਪਹਿਲਾਂ ਬਾਰ ਉਹਨੇ ਸਿੱਖਾਂ ਨੂੰ ਦੱਸਿਆ ਆਪਣੇ ਬਾਰੇ, ਤੇ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜਿਨ੍ਹਾਂ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਔਰ ਰਾਗਾਂ ਦੇ ਬੜੇ ਪ੍ਰੇਮੀ ਸਨ, ਸੰਗੀਤ ਦੇ ਬੜੇ ਪ੍ਰੇਮੀ। ਸਰੰਦਾ ਨਾਮਕ ਸਾਜ਼ ਉਹ ਵਜਾਇਆ ਕਰਦੇ ਸਨ ਕੀਰਤਨ ਕਰਦੇ ਵਕਤ। ਤੇ ਉਹ ਆਇਆ ਬੜੀ ਆਸ ਦੇ ਨਾਲ ਕਿ ਗੁਰੂ ਮਹਾਰਾਜ ਰਾਗਾਂ ਦੇ ਸੰਗੀਤ ਦੇ ਬੜੇ ਪ੍ਰੇਮੀ ਹਨ,
ਤੇ ਮੈਂ ਵੀ ਕੁਝ ਨਾ ਕੁਝ ਸੁਣਾਵਾਂਗਾ ਤੇ ਬੜਾ ਗੁਰੂ ਕੋਲੋਂ ਮਾਣ ਮਿਲੇਗਾ, ਧਨ ਮਿਲੇਗਾ, ਹੋਰ ਇੱਛਾ। ਹੁਣ ਜਦੋਂ ਆਇਆ ਮਹਾਰਾਜ ਜੀ ਦੇ ਕੋਲ, ਕਹਿਣ ਲੱਗਾ ਜੀ ਮੈਂ ਰਾਗਾਂ ਬਾਰੇ ਜਾਣਦਾ ਹਾਂ, ਸੰਗੀਤ ਬਾਰੇ ਜਾਣਦਾ ਹਾਂ, ਗਾਉਂਦਾ ਹਾਂ, ਲੋਕ ਮੇਰੇ ਗਾਇਨ ਦੀ ਬੜੀ ਤਾਰੀਫ ਕਰਦੇ ਹਨ ਤੇ ਮੈਂ ਤੁਹਾਡੇ ਦਰਬਾਰ ਦੇ ਵਿੱਚ ਕੁਝ ਸੁਣਾਉਣਾ ਚਾਹੁੰਦਾ ਹਾਂ, ਆਗਿਆ ਦੇਵੋ। ਤੇ ਅਕਸਰ ਭਗਤ ਬਿਰਤੀ ਵਾਲੇ ਲੋਕ ਆਉਂਦੇ ਸਨ ਤੇ ਰੱਬੀ ਵਡਿਆਈਆਂ ਦੇ ਬੋਲ ਉਹ ਸੁਣਾਇਆ ਕਰਦੇ ਸਨ। ਹਾਂ, ਪ੍ਰੋਪਰ ਠੀਕ ਹੈ, ਗੁਰੂ ਘਰ ਦੇ ਸਿਧਾਂਤਾਂ ਦੇ ਨਾਲ ਪੂਰੀ ਤਰ੍ਹਾਂ ਕਈਆਂ ਦੀਆਂ ਗੱਲਾਂ ਦਾ ਮੇਲ ਹੁੰਦਾ ਸੀ, ਕਈਆਂ ਦਾ ਨਹੀਂ ਹੁੰਦਾ ਸੀ, ਪਰ ਫਿਰ ਵੀ ਇੱਕ ਚੰਗੀ ਭਾਵਨਾ ਦੇ ਨਾਲ ਗਾਏ ਹੋਏ ਚੰਗੇ ਬੋਲ। ਇਹ ਕਹਿਣ ਲੱਗਾ ਜੀ ਮੈਂ ਵੀ ਕੁਝ ਸੁਣਾਉਣਾ ਚਾਹੁੰਦਾ। ਤੇ ਜਦੋਂ ਸਤਿਗੁਰੂ ਨੇ ਸੁਣਾਉਣ ਦੀ ਆਗਿਆ ਦੇ ਦਿੱਤੀ ਤੇ ਇਹ ਠੀਕ ਹੈ, ਇਹਦੇ ਕੋਲ ਸੁਰ ਵੀ ਹੈ, ਇਹਦੇ ਕੋਲ ਰਾਗ ਦਾ ਗਿਆਨ ਵੀ ਸੀ, ਕੰਠ ਵੀ ਸੋਹਣਾ ਸੀ, ਪਰ ਜਿਹੜੇ ਬੋਲ ਗਾਉਂਦਾ ਪਿਆ ਸੀ ਉਹ ਬੋਲ ਅਤ ਦੇ ਮਲੀਨਤਾ ਵਾਲੇ, ਅਸ਼ਲੀਲਤਾ ਵਾਲੇ, ਸਾਕਤੀ ਗੀਤ। ਅਜੇ ਇਹਨੇ ਕੁਝ ਹੀ ਗਾਇਆ, ਮਹਾਰਾਜ ਨੇ ਉੱਥੇ ਰੋਕ ਦਿੱਤਾ, ਨਾ ਨਾ ਇਹ ਚੀਜ਼ ਬੰਦ ਕਰ ਦਵੋ, ਇਹ ਗੁਰੂ ਨਾਨਕ ਦਾ ਘਰ, ਇੱਥੇ ਤੇ ਰੱਬੀ ਵਡਿਆਈਆਂ ਗਾਈਆਂ ਤੇ ਸੁਣੀਆਂ ਜਾਂਦੀਆਂ, ਤੁਸੀਂ ਕਿਹੜੇ ਰਾਗ ਛੇੜ ਲਏ ਹਨ। ਮਹਾਰਾਜ ਕਹਿਣ ਲੱਗੇ ਮੇਰੇ ਮੋਹਣ ਸ਼ਰਵਣੀ ਇਹ ਨਾ ਸੁਣਾਏ, ਹੇ ਮੇਰੇ ਮਾਲਕ ਜੀਓ ਇੱਦਾਂ ਦੀ ਚੀਜ਼ ਸਾਡੇ ਕੰਨਾਂ 'ਚ ਨਾ ਪਹੁੰਚੇ। ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ, ਇੱਦਾਂ ਦੇ ਜਿਹੜੇ ਸਾਕਤਾਂ ਵਾਲੇ ਗੀਤ ਅਜਾਈ ਬੋਲ ਹਨ ਇਹ ਨਹੀਂ ਸੁਣਨੇ ਹਨ। ਇਹ ਸੁਣਿਆ ਤੇ ਕੰਨ ਵੀ ਵਿਅਰਥ, ਤੇ ਕੰਨਾਂ ਦੇ ਰਾਹੀਂ ਜਿਸ ਮਨ 'ਚ ਚੀਜ਼ ਗਈ ਤੇ ਉਸ ਮਨ ਅੰਦਰ ਵੀ ਜੋ ਸੁਣਾ ਉਹੀ ਕੁਝ ਮਨ 'ਚ ਵਿਚਾਰ ਉਸੇ ਤਰ੍ਹਾਂ ਦੇ ਬਣਨੇ। ਚੰਗਾ ਸੁਣਾਂਗੇ ਚੰਗਾ ਮਨ 'ਚ ਵਿਚਾਰ ਬਣਨਗੇ, ਮਾੜਾ ਸੁਣਾਂਗੇ ਤੇ ਮਾੜੇ ਵਿਚਾਰ ਮਨ 'ਚ ਪੈਦਾ ਹੋਣਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣੋ, ਪਰ ਸੁਣਨਾ ਕੀ ਹੈ? ਸੁਣੋ ਸਤ ਬਾਣੀ, ਜਿਤ ਸੁਣਿਆ ਤਨ, ਜਿਤ ਸੁਣਿਆ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ। ਜਿਹਨੂੰ ਸੁਣਨ ਦੇ ਨਾਲ ਮਨ ਅੰਦਰ ਵੀ ਤਨ ਅੰਦਰ ਵੀ ਖੇੜਾ ਬਣੇ ਚੰਗਾ ਸੁਣ ਕੇ, ਔਰ ਰਸਨਾ ਦੇ ਵਿੱਚ ਵੀ ਰਸ ਭਰ ਜਾਏ, ਕਿਉਂਕਿ ਰਸਨਾ ਨੇ ਤਾਂ ਆਖਰ ਉਹ ਬੋਲਣਾ ਹੈ ਜੋ ਕੰਨਾਂ ਨੇ ਸੁਣਨਾ ਹੈ। ਜੋ ਕੰਨਾਂ ਦੇ ਰਾਹੀਂ ਇਨਪੁਟ ਜਾਣੀ ਹੈ ਉਹੀ ਜ਼ੁਬਾਨ ਦੇ ਰਾਹੀਂ ਆਊਟਪੁੱਟ ਬਾਹਰ ਨਿਕਲਣੀ ਹੈ। ਤੇ ਜੋ ਸੁਣਦਾ ਹੈ ਬੰਦਾ ਉਹੀ ਕੁਝ ਬਾਹਰ ਨਿਕਲਦਾ ਹੈ। ਜਿੱਦਾਂ ਦੀ ਭਾਸ਼ਾ ਬੱਚਾ ਛੋਟਾ ਪੈਦਾ ਹੋਇਆ, ਜਿੱਦਾਂ ਦੇ ਦੇਸ਼ 'ਚ ਪੈਦਾ ਹੋਇਆ, ਜਿੱਦਾਂ ਦੀ ਉੱਥੇ ਭਾਸ਼ਾ ਬੋਲੀ ਜਾਂਦੀ ਹੈ, ਬੱਚੇ ਨੇ ਉਹ ਕੁਝ ਸੁਣਿਆ ਤੇ ਉਹ ਕੁਝ ਬੋਲਣ ਲੱਗ ਪਿਆ। ਇਸੇ ਤਰ੍ਹਾਂ ਜਿੱਦਾਂ ਦੇ ਵਿਚਾਰ ਆਪਾਂ ਸੁਣਾਂਗੇ ਉੱਦਾਂ ਦਾ ਅਸੀਂ ਬੋਲਾਂਗੇ। ਮਹਾਰਾਜ ਕਹਿੰਦੇ ਰੱਬ ਜੀ ਦੀਆਂ ਵਡਿਆਈਆਂ ਨੂੰ ਸੁਣੋ ਤੇ ਰੱਬ ਦੀਆਂ ਵਡਿਆਈਆਂ ਬੋਲੋ। ਉਹ ਸੁਣੋ ਜੋ ਸੁਣਨ ਦੇ ਨਾਲ ਮਨ ਅੰਦਰ ਵੀ ਤਨ ਅੰਦਰ ਵੀ ਹਰਿਆਵਲ ਬਣ ਜਾਏ, ਔਰ ਰਸਨਾ ਵੀ ਰਸ ਵਾਲਾ ਬੋਲੇ। ਸੱਚ ਅਲਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ। ਉਹ ਜਿਹੜਾ ਸੱਚ ਪਰਮੇਸ਼ਰ ਪਰਮਾਤਮਾ ਹੈ, ਅਲਖ ਹੈ, ਅੰਤ ਨਹੀਂ ਹੈ, ਅਸ਼ਚਰਜ ਹੈ ਉਹ ਪਰਮਾਤਮਾ ਦੀ ਵਡਿਆਈ। ਤੇ ਇੰਨਾ ਬੇਅੰਤ ਹੈ ਕਿ ਉਹਦੀਆਂ ਸਾਰੀਆਂ ਵਡਿਆਈਆਂ ਗਤ ਮਿਤ ਕਹੀ ਨਹੀਂ ਜਾ ਸਕਦੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ। ਇਹ ਤਾਂ ਵੇਖੋ ਬਾਣੀ 'ਚ ਮਹਾਰਾਜ ਨੇ ਪਤਾ ਨਹੀਂ ਕਿੰਨੀ ਕੁ ਵਾਰ ਪਰਮੇਸ਼ਰ ਦੀ ਵਡਿਆਈ ਕਰਦਿਆਂ ਕਰਦਿਆਂ ਇਹ ਬਚਨ ਕਹੇ ਹਨ ਕਿ ਕਥ ਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਮਾਲਕ ਜੀ ਦੀਆਂ ਵਡਿਆਈਆਂ ਦਾ ਕੋਈ ਅੰਤ ਨਹੀਂ ਹੈ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨੈ ਨੂੰ ਪਠਾਏ। ਅਖੀਰ 'ਚ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਅੰਮ੍ਰਿਤ ਨਾਮ ਸੁਣੋ। ਹੇ ਸ਼ਰਵਣੋ, ਵਾਹਿਗੁਰੂ ਜੀ ਦਾ, ਅਕਾਲ ਪੁਰਖ ਜੀ ਦਾ ਅੰਮ੍ਰਿਤ ਨਾਮ ਸੁਣੋ। ਜਦੋਂ ਸੁਣੋਗੇ ਤੇ ਕੀ ਹੋਵੇਗਾ? ਪਵਿੱਤਰ ਹੋਵੋ, ਤੁਸੀਂ ਵੀ ਨਿਰਮਲ ਹੋਵੋਗੇ, ਪਾਵਨ ਹੋਵੋਗੇ। ਯਾਦ ਰੱਖੋ ਕਿ ਸੱਚ ਹੈ, ਸੁਣਨਾ ਨੂੰ ਪਠਾਏ। ਮਾਲਕ ਨੇ ਸੱਚ ਸੁਣਨ ਦੇ ਲਈ ਸਾਨੂੰ ਸੰਸਾਰ ਅੰਦਰ ਭੇਜਿਆ ਹੈ ਤੇ ਸੱਚ ਸੁਣਨਾ ਹੈ। ਇਹ ਵੇਖੋ ਇਹ ਜਿਹੜੀਆਂ ਕੁਝ ਪੌੜੀਆਂ ਨੇ ਇਹਨਾਂ ਦੇ ਰਾਹੀਂ ਸਤਿਗੁਰੂ ਨੇ ਰਸਨਾ ਨੂੰ ਵੀ ਸਿੱਖਿਆ ਦਿੱਤੀ ਹੈ ਕਿ ਠੀਕ ਹੈ ਤੇਰਾ ਕੰਮ ਬੋਲਣਾ ਤੇ ਪਦਾਰਥਾਂ ਦੇ ਸਵਾਦ ਲੈਣੇ ਹਨ, ਪਰ ਇੱਕ ਸੰਜਮ ਦੇ ਵਿੱਚ ਰਹਿ ਕੇ। ਅੱਖਾਂ ਨੂੰ ਵੀ ਇਹੀ ਸਮਝਾਇਆ ਗਿਆ ਕਿ
ਗੁਰੂ ਕੋਲੋਂ ਗਿਆਨ ਲੈ ਕੇ ਦਿਵ ਦ੍ਰਿਸ਼ਟੀ ਦੇ ਧਾਰਨੀ ਬਣੋ। ਇੱਕ ਚੰਗੇ ਨਜ਼ਰੀਏ ਦੇ ਨਾਲ ਤੇ ਚੰਗੀ ਨਜ਼ਰ ਦੇ ਨਾਲ ਦੂਜਿਆਂ ਨੂੰ ਵੇਖੋ। ਤੇ ਕੰਨਾਂ ਨੂੰ ਵੀ ਸਤਿਗੁਰੂ ਜੀ ਨੇ ਇਹੀ ਵਿਚਾਰ ਸਮਝਾਈ ਕਿ ਸੱਚ ਸੁਣੋ, ਰੱਬੀ ਬਾਣੀ ਸੁਣੋ, ਪਰਮਾਤਮਾ ਦਾ ਨਾਮ ਸੁਣੋ, ਸੱਚ ਦੇ ਧਾਰਨੀ ਬਣੋ। ਕਿਉਂਕਿ ਸੱਚੋਂ ਉਰੈ ਸਭ ਕੋ ਉਪਰ ਸੱਚ ਆਚਾਰ। ਸੱਚ ਸੁਣਾਂਗੇ ਸੱਚੇ ਬਣਾਂਗੇ, ਤੇ ਸੱਚੇ ਬਣਾਂਗੇ ਤੇ ਆਚਾਰ ਤੇ ਕਿਰਦਾਰ ਸੱਚਾ ਬਣੇਗਾ। ਤੇ ਉਹ ਸਾਰੀ ਦੀ ਸਾਰੀ ਖੇਡ ਤਾਂ ਹੀ ਬਣ ਸਕਦੀ ਹੈ ਜੇ ਪ੍ਰਥਮ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਉਥੋਂ ਆਪਾਂ ਅੱਗੇ ਤੋਂ ਅੱਗੇ ਤੁਰਾਂਗੇ। ਸੋ ਧੰਨ ਗੁਰੂ ਅਮਰਦਾਸ ਮਹਾਰਾਜ ਇੱਦਾਂ ਫਿਰ ਸਾਨੂੰ ਮਾਨਸਿਕ ਤੌਰ 'ਤੇ ਵੀ ਸਰੀਰਕ ਤੌਰ 'ਤੇ ਵੀ ਗਿਆਨ ਉਪਦੇਸ਼ ਬਖਸ਼ ਰਹੇ ਨੇ, ਤਾਂ ਕਿ ਸਾਡਾ ਮਨ ਸਾਡਾ ਤਨ ਆਨੰਦ ਭਰਪੂਰ ਹੋਵੇ, ਆਨੰਦ ਅਵਸਥਾ ਦਾ ਧਾਰਨੀ ਬਣੇ। ਗੁਰੂ ਕਿਰਪਾ ਕਰੇ। ਗੁਰੂ ਸਾਹਿਬ ਜੀ ਦੇ ਇਹ ਪਾਵਨ ਪਵਿੱਤਰ ਬਚਨ ਸਾਡੇ ਹਿਰਦਿਆਂ 'ਚ ਵਸਣ, ਜੀਵਨ ਸਫਲ ਹੋਵੇ। ਭਗਤ ਰਵਿਦਾਸ ਸਾਹਿਬ ਜੀ ਦੇ ਪਾਵਨ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।